ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਹਿਲਾਂ ਸਾਰੇ ਸੇਵਾਦਾਰ ਜਿਹੜੇ ਮੋਹਰੇ ਡਟ ਕੇ ਲੱਗੇ ਹੋ ਆ ਕਿਸਾਨਾਂ ਦੀ ਮਦਦ ਕਰਨ ਨੂੰ, ਜਿਹੜੇ ਮਰਜ਼ੀ ਸੇਵਾ ਗਰੁੱਪ ਦੇ ਹੋਣ, ਜਿਹੜੇ ਮਰਜ਼ੀ ਜਥੇਬੰਦੀ ਦੇ ਹੋਣ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਸਾਨੂੰ ਪਤਾ ਵੀ ਖਾਲਸਾ ਏਡ ਦੇ ਵੀ 100 ਤੋਂ ਤਕਰੀਬਨ 150 ਸੇਵਾਦਾਰ ਲੱਗਾ ਦਿਨ ਦਿਹਾੜੀ ਸੇਵਾ ਤੇ ਨਾਲ ਨਾਲ ਭਾਈ ਅਮਰਪ੍ਰੀਤ ਸਿੰਘ ਜਿਹੜੇ ਲੀਡ ਕਰ ਰਹੇ ਆ, ਮੇਨ ਜਿਹੜੇ ਡਾਇਰੈਕਟਰ ਆ ਇੰਡੀਆ ਤੇ ਏਸ਼ੀਆ ਦੇ, ਉਹ ਕਰ ਰਹੇ ਲੀਡ। ਉਹਨਾਂ ਦਾ ਬਹੁਤ ਧੰਨਵਾਦ, ਕਿਉਂਕਿ ਉਹ ਦਿਨ ਦਿਹਾੜੀ ਲੱਗੇ ਹੋ ਆ ਕੋਆਰਡੀਨੇਸ਼ਨ 'ਤੇ। ਸੋ ਜਿੱਥੇ ਵੀ ਤੁਸੀਂ ਇਸ ਵੇਲੇ ਧਰਨੇ ਲਾਏ ਹੋ, ਪ੍ਰੋਟੈਸਟ ਕਰਦੇ ਆ, ਅਸੀਂ ਉਹੀ ਤੁਹਾਨੂੰ ਮੈਸੇਜ ਦਿੰਦੇ ਹਾਂ ਭਈ ਜੋ ਤੁਹਾਡਾ ਤੁਸੀਂ ਕਦਮ ਚੱਕਿਆ ਆ, ਅਸੀਂ ਬਹੁਤ ਧੰਨਵਾਦੀ ਹਾਂ। ਬਹੁਤ ਤਕਲੀਫਾਂ ਵੀ ਆਉਂਦੀਆਂ, ਸਰਦੀ ਬਹੁਤ ਆ, ਪਰ ਜੋ ਤੁਸੀਂ ਕਰ ਰਹੇ ਆ ਬਿਲਕੁਲ ਮੈਂ ਮੁੜ ਕੇ ਫੇਰ ਕਹੂੰਗਾ ਤੁਸੀਂ ਇੱਕ ਬਹੁਤ ਵੱਡਾ ਇਤਿਹਾਸ ਬਣਾ ਰਹੇ ਆ। ਯੂ ਮੇਕਿੰਗ ਹਿਸਟਰੀ, ਤੁਸੀਂ ਹਿਸਟਰੀ ਬਣਾ ਰਹੇ ਆ। ਅੱਜ ਮੈਂ ਤੁਹਾਨੂੰ ਇਹੀ ਗੱਲ ਕਰਨੀ ਸੀਗੀ, ਕਿਉਂਕਿ ਹਾਲ ਤੱਕ ਮੈਂ ਦੇਖਦਾ ਫੰਡ ਰੇਜ਼ਿੰਗ ਹੋ ਰਹੀ ਆ, ਜਿਹੜੇ ਵੀ ਕਿਸਾਨ ਬੈਠੇ ਉਹਨਾਂ ਦੇ ਨਾਂ 'ਤੇ। ਖਾਲਸਾ ਏਡ ਨੇ ਕੋਈ ਅਪੀਲ ਨਹੀਂ ਕੀਤੀ, ਤਾਂ ਜੇ ਕਹਿ ਲਓ ਭਈ ਜਿਹੜੀਆਂ ਬਾਹਰਲੀਆਂ ਸੰਸਥਾ ਆ, ਪੈਸਾ ਇੰਨਾ ਇਕੱਠਾ ਹੋ ਰਿਹਾ ਆ ਅਤੇ ਉਹ ਲੱਗੂ ਕਿੱਥੇ? ਕਿੰਨਾ ਲੰਗਰ ਛਕਾ ਲਓਗੇ ਤੁਸੀਂ? ਲੱਖਾਂ ਲੱਖ ਡਾਲਰ ਜਿਹੜੇ ਇਕੱਠੇ ਹੋ ਰਹੇ ਆ ਬਾਹਰ। ਅਤੇ ਮੇਰਾ ਇਹ ਸੁਨੇਹਾ ਸੰਗਤ ਨੂੰ, ਮੈਂ ਪਹਿਲਾਂ ਵੀ ਜਦੋਂ ਵੀ ਖਾਲਸਾ ਏਡ ਦੇ ਪੰਜਾਬ ਵਿੱਚ ਕਦਮ ਚੱਕਿਆ ਆ, ਅਸੀਂ ਇਹ ਕਿਹਾ ਵੀ ਆਪਣੇ ਪਿੰਡ ਚੱਕੋ, ਆਪਣੇ ਪਿੰਡ 'ਚ ਖਰਚਾ ਕਰੋ। ਜੋ ਤੁਸੀਂ ਜਿਹੜੀਆਂ ਪੰਜਾਬ ਸੰਸਥਾ ਆ ਜਾਂ ਬਾਹਰ ਬੈਠੀਆਂ, ਸਪੈਸ਼ਲੀ ਜਿਹੜੀਆਂ ਬਾਹਰ ਬੈਠੀਆਂ ਸੰਸਥਾ, ਜਿੱਦਾਂ ਖਾਲਸਾ ਏਡ ਆ, ਹੋਰ ਵੀ ਵੱਡੇ ਵੱਡੇ ਸਿੱਖਾਂ ਦੀਆਂ ਸੰਸਥਾ ਜਿਹੜੀਆਂ ਪੰਜਾਬ ਕੰਮ ਕਰ ਰਹੀਆਂ, ਸੇਵਾ ਕਰ ਰਹੀਆਂ, ਉਹਨਾਂ ਕੋਲ ਪੈਸੇ ਦੀ ਘਾਟ ਹੈ ਨਹੀਂ। ਬਾਹਰ ਸਾਰਿਆਂ ਕੋਲ ਪੈਸੇ ਹੈਗੇ ਆ, ਲੰਗਰ ਦਿਨ ਦਿਹਾੜੀ ਚਲਾ ਸਕਦੇ ਆ। ਕਿਸਾਨਾਂ ਜਿੱਦਾਂ ਸਾਡੀ ਖਾਲਸਾ ਦੀ ਟੀਮ ਚਲਾ ਰਹੀ ਆ, ਕੋਈ ਅਪੀਲ ਨਹੀਂ ਕੀਤੀ। ਤਾਂ ਜਦੋਂ ਮੈਨੂੰ ਸੰਗਤ ਕਹਿੰਦੀ ਆ ਵੀ ਪੈਸਾ ਕਿੱਥੇ ਖਰਚੀਏ, ਅਸੀਂ ਤੁਹਾਨੂੰ ਪੈਸਾ ਦੇਣਾ, ਅਸੀਂ ਕਿਸਾਨਾਂ ਨੂੰ ਦੇਣਾ ਚਾਹੁੰਦੇ ਹਾਂ। ਤੁਹਾਡੇ ਪਿੰਡ 'ਚੋਂ ਕਿਸਾਨ ਨਿਕਲੇ ਆ, ਤੁਹਾਡੇ ਪਿੰਡਾਂ ਵਿੱਚੋਂ, ਤੁਹਾਡੇ ਪਿੰਡ ਦੇ, ਤੁਹਾਡੇ ਗੁਆਂਢ ਦੇ ਵਿੱਚ ਕਿਸਾਨ ਆ, ਸਾਰੀ ਜ਼ਿੰਦਗੀ ਤੁਹਾਡੇ ਨਾਲ ਰਹੇ ਆ, ਤੁਹਾਡੇ ਪਿੰਡਾਂ 'ਚ ਰਹੇ ਆ। ਸਾਨੂੰ ਪਤਾ ਤੁਹਾਡੇ ਪਿਆਰ ਆ, ਤੁਹਾਡਾ ਸ਼ਰਧਾ ਆ, ਤੁਸੀਂ ਹੋਰ ਕੁਛ ਕਰਨਾ ਚਾਹੁੰਦੇ। ਖਾਲਸਾ ਏਡ ਦੇ ਇੰਨੇ ਥਾਂ 'ਤੇ ਉੱਥੇ ਲੰਗਰ ਲੱਗਾ ਆ, ਸੇਵਾ ਵੱਡੀ ਥਾਂ 'ਤੇ ਚੱਲ ਰਹੀ ਆ, ਦਿਨ ਦਿਹਾੜੀ ਸੇਵਾਦਾਰ ਸੇਵਾ ਕਰ ਰਹੇ ਆ। ਅਸੀਂ ਕਿਉਂ ਨਹੀਂ ਅਪੀਲ ਕੀਤੀ? ਕਿਉਂਕਿ ਸਾਨੂੰ ਤੁਸੀਂ ਪਹਿਲਾਂ ਪੈਸੇ ਦੇਈ ਜਾਂਦੇ ਆ, ਪਹਿਲਾਂ ਤੁਸੀਂ ਮਾਇਆ ਦੇਈ ਜਾਂਦੇ ਡੋਨੇਸ਼ਨ, ਅਤੇ ਹੋਰ ਵੀ ਸੰਸਥਾ ਨੂੰ ਮਾਇਆ ਆ ਜਾਂਦੀ। ਸੋ ਸੰਗਤ ਜੀ, ਤੁਸੀਂ ਆਪਣੇ ਪਿੰਡ ਡਾਇਰੈਕਟਲੀ ਚੱਕੋ। ਤੁਹਾਡੇ ਪਿੰਡਾਂ 'ਚ ਕਿਸਾਨ ਹੈਗੇ ਆ, ਤੁਹਾਡੇ ਪਿੰਡਾਂ 'ਚ ਗਰੀਬੀ ਆ, ਤੁਹਾਡੇ ਪਿੰਡਾਂ 'ਚ ਕਿੰਨੇ ਲੋੜਵੰਦ ਆ। ਜਦੋਂ ਤੁਸੀਂ ਬਾਹਰ ਰਹਿੰਦੇ, 4-5 ਪਰਿਵਾਰ ਪਿੰਡਾਂ ਦੇ ਵਿੱਚੋਂ ਇਕੱਠੇ ਹੋ ਕੇ ਕੁਛ ਕਰ ਸਕਦੇ, 1-2 ਪਰਿਵਾਰ ਇਕੱਠੇ ਕੁਛ ਕਰ ਸਕਦੇ ਪਿੰਡਾਂ ਲਈ, ਤੁਹਾਨੂੰ ਬਾਹਰਲਿਆਂ ਦੀ ਲੋੜ ਨਹੀਂ ਗੀ। ਸੋ ਕਈ ਵਾਰੀ ਅਸੀਂ ਇੱਕ ਸਿੰਪਲ ਚੀਜ਼ ਨੂੰ ਬਹੁਤ ਕੰਪਲੀਕੇਟ ਕਰ ਦਿੰਦੇ। ਮੈਂ ਇਹੀ ਬੇਨਤੀ ਕਰਦਾ, ਜੇ ਤੁਸੀਂ ਡੋਨੇਸ਼ਨ ਕਰਨੀ ਆ ਜਾਂ ਕਿਸਾਨਾਂ ਨੂੰ ਜਾਂ ਪੰਜਾਬ 'ਚ ਚੀਜ਼ ਨੂੰ, ਪਹਿਲਾਂ ਆਪਣੇ ਪਿੰਡ ਚੱਕੋ। ਜੇ ਤੁਹਾਡੇ ਪਿੰਡ ਦੇ ਵਿੱਚ ਕੋਈ ਵੱਡੇ ਪ੍ਰੋਜੈਕਟ ਦੀ ਲੋੜ ਆ, ਜਿੱਥੇ ਕੋਈ ਕਹਿ ਲਓ ਕੋਈ ਹਾਦਸਾ ਹੋਇਆ ਜਾਂ ਹੜ੍ਹ ਆਏ ਜਾਂ ਕੁਛ ਹੋਰ ਹੋ ਗਿਆ ਅਤੇ ਕਿਸੇ ਨੇ ਮਦਦ ਨਹੀਂ ਕੀਤੀ, ਕੋਈ ਪਹੁੰਚਿਆ ਨਹੀਂ ਗਾ, ਅਤੇ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਆ ਭਈ ਸਾਡੇ ਪਿੰਡ ਦੇ ਵਿੱਚ ਆਹ ਚੀਜ਼ ਚਾਹੀਦੀ, ਉਹ ਚੀਜ਼ ਚਾਹੀਦੀ। ਕਈ ਚੀਜ਼ਾਂ ਹੈਗੀਆਂ ਜਿਹੜੀਆਂ ਗੌਰਮੈਂਟ ਦਾ ਫਰਜ਼ ਬਣਦਾ, ਪਰ ਉਹ ਕਰਦੇ ਨਹੀਂ ਗੇ, ਕਿਉਂਕਿ ਜਾਂ ਕਰਪਸ਼ਨ ਹੁੰਦੀ ਜਾਂ ਵਿੱਚੋਂ ਪੈਸੇ ਇਹ ਮਿਲਦੇ ਨਹੀਂ ਗੇ। ਸੋ ਜਿਹੜੀ ਭਈ ਕਈ ਵਾਰੀ ਬਹੁਤ ਜ਼ਰੂਰੀ ਚੀਜ਼ ਹੁੰਦੀ, ਸਾਨੂੰ ਕਈ ਮੈਸੇਜ ਆਉਂਦੇ ਆ ਸਾਡੇ ਭਈ ਸਿਵਿਆਂ ਦੇ ਸਿਵੇ ਹੈ ਨਹੀਂ ਗੇ, ਜਾਂ ਸਾਡੇ ਕਹਿ ਲਓ ਭਈ ਛੱਪੜ ਵੀ ਪੂਰ ਗਏ ਆ, ਜਾਂ ਸਾਡੇ ਭਈ ਹੋਰ ਵੀ ਜਿਹੜਾ ਭਈ ਜਿਹੜਾ ਨਲਕਾ ਪਿੰਡ ਦਾ ਵੀ ਖਰਾਬ ਹੋ ਗਿਆ। ਜਿੱਥੇ ਅਸੀਂ ਕਰ ਸਕਦੇ ਮਦਦ ਕਰਾਂਗੇ, ਪਰ ਤੁਸੀਂ ਡਾਇਰੈਕਟਲੀ ਜਿਹੜੇ ਬਾਹਰ ਸਿੱਖ ਰਹਿੰਦੇ ਆ, ਆਪਣੇ ਪਿੰਡ ਚੱਕੋ। ਤੁਸੀਂ ਹੁਣ ਸਾਡੀ ਡਿਊਟੀ ਆ ਵੀ ਕਹਿਣਾ ਭਈ ਸਾਨੂੰ ਅਸੀਂ ਕਹਿਣਾ ਵੀ ਪੈਸੇ ਇਕੱਠੇ ਕਰੀ ਜਾਓ। ਅਸੀਂ ਪੈਸੇ ਇਕੱਠੇ ਨਹੀਂ ਕਰਨੇ, ਅਸੀਂ ਇਹ ਕਹਿੰਦੇ ਭਈ ਜਿਹੜੇ ਪੰਜਾਬ ਸਾਡੇ ਪ੍ਰੋਜੈਕਟ ਚੱਲਦੇ ਆ, ਹਾਂਜੀ, ਜਿੱਦਾਂ ਹੁਣ ਬਹੁਤ ਵੱਡੇ ਪ੍ਰੋਜੈਕਟ ਹੈਗੇ ਆ, ਜਿਹੜੇ ਪੈਸੇ ਤੋਂ ਬਗੈਰ ਨਹੀਂ ਚੱਲ ਸਕਦੇ। ਜਿੱਦਾਂ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਇਸ ਸਾਲ ਦੇ ਵਿੱਚ ਮੇਰੇ ਖਿਆਲ ਪਿਛਲੇ 9 ਮਹੀਨੇ ਦੇ ਵਿੱਚ ਅਸੀਂ ਇੱਧਰੋਂ 75 ਲੱਖ ਰੁਪਈਆ ਖਰਚਿਆ ਇਲਾਜਾਂ ਲਈ, ਮੈਡੀਕਲ ਇਲਾਜਾਂ ਲਈ ਪੰਜਾਬ ਦੇ ਵਿੱਚ। ਜਿਹੜੇ ਕੋਈ ਗਰੀਬ ਆ ਜਾਂ ਬੱਚੇ ਜਾਂ ਬਜ਼ੁਰਗ ਆ, ਗਰੀਬੀ ਵਿੱਚ ਹੋਵੇ, ਮੋਸਟਲੀ ਸਿੱਖ ਆ, ਪਰ ਨੋਨ ਸਿੱਖ ਵੀ ਜਿਹੜੇ ਹੈ ਨਹੀਂ,
ਜਿਹੜੇ ਭਈ ਹੋ ਸਕਦੇ ਪੰਜਾਬੀ ਜਿਹੜੇ ਆ, ਮੁਸਲਮਾਨ ਹੋਵੇ, ਕੋਈ ਹਿੰਦੂ ਹੋਵੇ, ਕੋਈ ਸਿੱਖ ਹੋਵੇ, ਜਿਹੜਾ ਵੀ ਕੋਈ ਕਹਿ ਲਓ ਲੋੜਵੰਦ, ਅਸੀਂ ਮਦਦ ਕਰਦੇ ਹਾਂ। ਜੇ 75-80 ਲੱਖ, ਮੇਰਾ ਖਿਆਲ 75 ਲੱਖ ਖਰਚਿਆ ਪਿਛਲੇ 9 ਮਹੀਨੇ, 75 ਲੱਖ ਰੁਪਈਆ ਇਲਾਜਾਂ ਦੇ ਵਿੱਚ। ਹੋਰ ਦੇਖੋ ਕਿੰਨਾ ਕੁਛ ਹੋਇਆ। ਪਰ ਜਦੋਂ ਕੋਈ ਡਿਜ਼ਾਸਟਰ ਹੁੰਦਾ, ਹੁਣ ਦਿੱਲੀ ਵਾਲੇ ਆ, ਦਿੱਲੀ ਵਾਲੀ ਸੰਗਤ ਨੇ ਬਿਲਕੁਲ ਹੀ ਇੰਨੇ ਪਿਆਰ ਦੇ ਨਾਲ ਉੱਥੇ ਸਪੋਰਟ ਕਰ ਰਹੇ ਆ ਪ੍ਰੋਟੈਸਟ ਨੂੰ। ਮੈਂ ਕੱਲ੍ਹ ਹੀ ਗੱਲ ਕੀਤੀ ਸੀ ਭਾਈ ਲੱਖੇ ਹੋਣਾ ਨਾਲ, ਲੱਖੀ ਸਿਧਾਣਾ ਹੋਣਾ ਨਾਲ, ਅਤੇ ਮੈਂ ਕਿਹਾ ਕੀ ਹੋ ਰਿਹਾ ਇੱਥੇ। ਕਹਿੰਦੇ ਖਾਣਾ ਪੀਣਾ ਬਹੁਤ ਆ ਰਿਹਾ, ਦਿੱਲੀ ਵਾਲੇ ਨੇ ਵੀ ਬਹੁਤ ਹੀ ਚੜ੍ਹਦੀ ਕਲਾ ਸੇਵਾ ਕਰ ਰਹੇ ਆ। ਅਤੇ ਜਿਹੜੀ ਮਾਇਆ ਬਾਹਰ ਆ ਜਾਂਦੀ ਕਲੈਕਸ਼ਨ, ਪਤਾ ਨਹੀਂ ਇੱਥੇ ਕਿੱਥੇ ਲੱਗੂਗੀ, ਮੈਨੂੰ ਤਾਂ ਪਤਾ, ਮੈਨੂੰ ਵੀ ਨਹੀਂ ਸਮਝ ਆਉਂਦੀ ਕਿੱਥੇ ਲੱਗੂਗੀ। ਇੰਨਾ ਪੈਸਾ ਇੰਨਾ ਇਕੱਠਾ ਹੋ ਰਿਹਾ ਆ। ਸੋ ਜਦੋਂ ਅਸੀਂ ਕਹਿੰਦੇ ਬਈ ਪੰਜਾਬ ਦਾ ਪੈਸਾ ਪੰਜਾਬ ਨਹੀਂ ਲੱਗਦਾ, ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਵਾਰੀ ਭਈ ਤੁਹਾਡਾ ਪੈਸਾ ਜਿੱਥੇ ਇਕੱਠਾ ਹੋਇਆ ਉੱਥੇ ਲੱਗੇ। ਮੈਂ ਜਿੱਦਾਂ ਹੁਣ ਤੁਹਾਨੂੰ ਪਿਛਲੀ ਬ੍ਰੋਡਕਾਸਟ ਵੀ ਕਿਹਾ ਸੀਗਾ ਭਈ ਸਾਡਾ ਜਿਹੜਾ ਹੜ੍ਹਾਂ ਦੇ ਵਿੱਚ, ਪੰਜਾਬ ਦੇ ਵਿੱਚ ਹੜ੍ਹ ਆਈ ਸੀ ਪਿਛਲੇ ਸਾਲ, ਹਰ ਇੱਕ ਜਥੇਬੰਦੀਆਂ, ਸਟੇਸ਼ਨਾਂ ਨੇ, TV ਨੇ, ਰੇਡੀਓ ਵਾਲਿਆਂ ਨੇ ਪੈਸੇ ਇਕੱਠੇ ਕੀਤੇ। 2-3 ਹਫ਼ਤੇ ਬਾਅਦ ਸਾਰੇ ਚੁੱਪ ਕਰਕੇ ਕਿੱਥੇ ਗਏ ਸਾਰੇ। ਅਸੀਂ ਉਹ ਸਾਰੇ ਪੈਸੇ ਇੱਕ ਸਾਈਡ 'ਤੇ ਰੱਖੇ, ਭਈ ਇੰਨੇ ਮਿਲੀਅਨ, 2 ਮਿਲੀਅਨ, ਖਰੇ 2.5 ਮਿਲੀਅਨ ਇਕੱਠੇ ਹੋਏ ਆ ਅਤੇ ਇੰਨਾ ਖਰਚ ਹੋਇਆ। ਹੁਣ ਸਾਡੇ ਕੋਲ ਤੱਕ ਵੀ ਬਹੁਤ ਪੈਸਾ ਪਿਆ ਤੱਕ ਖਰਚਣ ਵਾਲਾ ਉਹਦੇ ਹੜ੍ਹਾਂ ਦੇ ਏਰੀਏ 'ਚ। ਉਹ ਅਸੀਂ ਪਲਾਨ ਬਣਾ ਰਹੇ, ਬਹੁਤ ਵੱਡਾ ਖਰਚ ਹੁੰਦਾ, ਇੱਕ ਬਹੁਤ ਵੱਡਾ ਬੋਝ ਆ ਉਹ, ਕਿਉਂਕਿ ਤੁਸੀਂ ਸਾਨੂੰ ਇੱਕ ਜ਼ਿੰਮੇਵਾਰੀ ਦਿੱਤੀ ਆ। ਉਹ ਪੈਸਾ ਇਕੱਠਾ ਕਰਨਾ ਬਹੁਤ ਸੌਖਾ, ਚੰਗੀ ਤਰ੍ਹਾਂ ਖਰਚਣਾ ਔਖਾ। ਅਸੀਂ ਵੀ ਕਹਿ ਸਕਦੇ ਸੀਗੇ 2-3 ਹਫ਼ਤੇ ਬਾਅਦ ਜਦੋਂ ਹੜ੍ਹ ਆਏ ਸੀਗੇ, ਚਲੋ ਜੀ ਕੰਮ ਹੋ ਗਿਆ, ਹੁਣ ਦੂਜੇ ਪਾਸੇ ਲਾਈਏ, ਦੂਜੇ ਪਾਸੇ ਜਾ ਕੇ ਹੁਣ ਹੋਰ ਪੈਸੇ ਮੰਗਦੇ ਆ। ਉਹ ਪੈਸੇ ਕਿੱਥੇ ਗਏ ਜਿਹੜੇ ਲੱਖਾਂ ਲੱਖ ਹੜ੍ਹ ਲਈ ਇਕੱਠੇ ਕੀਤੇ ਗਏ। ਅਤੇ ਹਫ਼ਤੇ ਬਾਅਦ, ਮਹੀਨੇ ਬਾਅਦ ਉੱਥੇ ਕੋਈ ਰਹਿ ਨਹੀਂ ਗਿਆ, ਬਸ ਖਾਲਸਾ ਜਿਹੜੀ ਸੇਵਾ ਕਰਦੀ ਰਹੀ। ਭਾਈ ਅਮਰਪ੍ਰੀਤ ਸਿੰਘ ਨੂੰ ਪੁੱਛ ਲਓ, ਪੰਜਾਬ ਆ, ਸਾਨੂੰ ਇੱਥੇ ਆ ਕੇ ਪੁੱਛ ਲਓ। ਸੋ ਜਿਹੜੀ ਭਾਈ ਜ਼ਿੰਮੇਵਾਰੀ ਹੁੰਦੀ ਸਾਡੀ ਆ, ਹੁਣ ਇਹ ਜ਼ਿੰਮੇਵਾਰੀ ਆ ਭਾਈ ਤੁਹਾਡਾ ਪੈਸਾ ਖਰਾਬ ਨਾ ਹੋਵੇ। ਹੁਣ ਮੈਨੂੰ ਉਹੀ ਡਰ ਆ ਵੀ ਹੁਣ ਕਿਸਾਨਾਂ ਲਈ ਪੈਸਾ ਬਹੁਤ ਇਕੱਠਾ ਕੀਤਾ ਗਿਆ, ਉੱਥੇ ਲੰਗਰ ਪਾਣੀ, ਦਵਾਈਆਂ, ਕੰਬਲ ਕਹਿ ਲਓ ਦਿੰਦੇ ਆ। ਜੇ ਲੱਖਾਂ ਤੋਂ ਲੱਖ ਹੋ ਗਏ, ਜਾਂ 2-3 ਮਿਲੀਅਨ, 4-5 ਮਿਲੀਅਨ ਡਾਲਰ ਇਕੱਠੇ ਹੋ ਗਏ, ਇੰਨਾ ਖਰਚਾ ਹੋਊਗਾ ਉੱਥੇ। ਸੋ ਪਿੰਡ ਵਾਲੇ, ਪੰਜਾਬ ਵਾਲੇ, ਹਰਿਆਣਾ ਵਾਲੇ, ਦਿੱਲੀ ਵਾਲੇ ਲੰਗਰ ਪਾਣੀ ਵੀ ਚਲਾਈ ਜਾਂਦੇ ਆ ਕੇ। ਜਦੋਂ ਕਿਸਾਨਾਂ ਨੂੰ ਲੋੜ ਪੈਣੀ ਆ, ਉਦੋਂ ਕੋਈ ਉੱਥੇ ਹੋਣਾ ਨਹੀਂ ਗਾ, ਫਿਰ ਅਪੀਲਾਂ ਕਰ ਦੇਣੀਆਂ ਸ਼ੁਰੂ, ਸਾਨੂੰ ਹੋਰ ਪੈਸੇ ਦਿਓ, ਵੀ ਅਸੀਂ ਕਿਸਾਨਾਂ ਦੀ ਮਦਦ ਕਰਨੀ ਆ। ਸੋ ਅਸੀਂ ਕੰਨ ਫੜ ਲਏ ਆਪਣੇ, ਜਦੋਂ ਭਈ ਸਾਨੂੰ ਕੋਈ ਕਹਿੰਦਾ ਵੀ ਲਓ ਜੀ ਆਹ ਇੰਨੇ $1000 ਆ ਲੰਗਰ ਲਈ, ਪ੍ਰੋਟੈਸਟ ਲਈ। ਸੋ ਸਾਨੂੰ ਹਰ ਵਾਰੀ ਹੁੰਦਾ ਭਈ ਜਿਹੜੇ ਪੈਸੇ ਆਏ ਆ ਉਹ ਅਸੀਂ ਕਿੱਦਾਂ ਖਰਚਣੇ ਆ ਚੰਗੀ ਤਰ੍ਹਾਂ, ਕਿਉਂਕਿ ਪੈਸੇ ਤੁਸੀਂ ਤਾਂ ਢੇਰ ਲਾ ਦਿੰਦੇ। ਜਦੋਂ ਅਸੀਂ ਕਹਿੰਦੇ ਵੀ ਸਾਨੂੰ ਮਾਇਆ ਦੀ ਲੋੜ ਆ, ਤੁਸੀਂ ਢੇਰ ਲਾ ਦਿੰਦੇ। ਅਸੀਂ ਤਾਂ ਹੀ ਤਾਂ ਕਹਿੰਦੇ ਨਹੀਂ ਇਸ ਵੇਲੇ ਮਾਇਆ ਦੀ ਲੋੜ ਆ, ਕਿਉਂਕਿ ਮਾਇਆ ਆਈ ਜਾਂਦੀ ਆ। ਮਾਇਆ ਤਾਂ ਬਿਲਕੁਲ ਆਈ ਜਾਂਦੀ ਹੈ, ਪਹਿਲਾਂ ਵੀ ਆਈ ਜਾਂਦੀ ਆ, ਪਹਿਲਾਂ ਵੀ ਬੈਂਕ 'ਚ ਹੈਗੀ ਆ। ਝੂਠ ਕਾਹਦੇ ਬੋਲਣਾ ਦੇ ਵਿੱਚ, ਸਾਨੂੰ ਹੈਗੀ ਆ ਅਖਾਈ ਵੀ ਪੈਸੇ ਚੰਗੀ ਤਰ੍ਹਾਂ ਖਰਚਣੇ ਕਿੱਦਾਂ ਆ। ਅਸੀਂ ਇੱਕ ਜਿਹੜੀ ਖਾਲਸਾ ਏਡ ਆ, ਇਹ ਨਹੀਂ ਵੀ ਹਰ ਵਾਰੀ ਡਿਜ਼ਾਸਟਰ ਹੁੰਦਾ, ਹਰ ਵਾਰੀ ਪਹਿਲਾਂ ਜਾ ਕੇ ਝੋਲੀ ਚੱਕ ਲੈਣੀ, ਸਾਨੂੰ ਪੈਸੇ ਦਿਓ। ਜਿੱਥੇ ਲੋੜ ਆ ਅਸੀਂ ਕਵਾਂਗੇ, ਜਿੱਥੇ ਨਹੀਂ ਲੋੜ ਅਸੀਂ ਉੱਥੇ ਨਹੀਂ ਕਵਾਂਗੇ। ਜਦੋਂ ਪੰਜਾਬ ਹੁਣ ਕਿਸਾਨਾਂ ਦੀ ਪ੍ਰੋਟੈਸਟ ਚੱਲ ਰਿਹਾ ਹੈ, ਲੰਗਰ ਵੱਡੇ 3 ਥਾਂ ਲੱਗੇ ਖਾਲਸਾ ਏਡ ਦੇ, ਹੋਰ ਵੀ ਵੱਡੇ ਕੰਮ ਚੱਲਦੇ ਉੱਥੇ। ਅਸੀਂ ਨਹੀਂ ਦਿਨ ਦਿਹਾੜੀ ਕਿਹਾ ਸਾਨੂੰ ਪੈਸੇ ਦਿਓ। ਸੋ ਆਪਣੇ ਪਿੰਡ 'ਚ ਲਾਓ ਪੈਸੇ, ਆਪਣੀ ਜ਼ਿੰਮੇਵਾਰੀ ਨਿਭਾਓ। ਜੇ ਤੁਹਾਨੂੰ ਐਡਵਾਈਸ ਦੀ ਲੋੜ ਆ, ਅਸੀਂ ਐਡਵਾਈਸ ਦੇਵਾਂਗੇ। ਜੇ ਤੁਹਾਨੂੰ ਕੋਈ ਬੰਦਾ ਕਹਿੰਦਾ ਭਈ ਤੁਸੀਂ ਕੋਈ ਆਪਣੀ ਪਿੰਡ 'ਚ ਵੱਡਾ ਕੰਮ ਕਰਨਾ, ਕਈ ਵਾਰੀ ਔਖਾ ਹੋ ਸਾਡੇ ਲਈ ਵੀ ਪਹੁੰਚਣਾ ਉੱਥੇ, ਪਰ ਕੋਸ਼ਿਸ਼ ਕਰਾਂਗੇ ਤੁਹਾਡੀ ਮਦਦ ਕਰਨ ਦੀ। ਪਰ ਆਈ ਐਮ ਸ਼ੋਰ, ਮੈਂ ਵੀ ਸ਼ੋਰ ਹਾਂ ਵੀ ਤੁਸੀਂ ਕਰ ਸਕਦੇ ਆ। ਜੇ ਗਰੀਬ ਕਲਾ ਕੋਈ ਕਿਸਾਨ ਆ ਗਿਆ, ਤੁਹਾਨੂੰ ਪਤਾ ਵੀ ਫਸਲਾਂ ਕਦੋਂ ਬੀਜਦੇ ਆ, ਉਹ ਜਾ ਕੇ ਬੀਜ ਦੇ ਦਿਓ, ਫਰਟੀਲਾਈਜ਼ਰ ਦੇ ਦਿਓ। ਤਾਂ ਜਦੋਂ ਤੁਹਾਨੂੰ ਪਤਾ ਵੀ ਜਦੋਂ ਭਈ ਫਸਲ ਵੱਢਣੀ ਆ, ਉਹਨਾਂ ਨੂੰ ਤੁਸੀਂ ਮਰਜ਼ੀ ਦੀ ਫਸਲ ਵੱਢਣ ਦੇ ਟੂਲ ਲਿਆ ਦਿਓ, ਟਰੈਕਟਰ ਲਿਆ ਦਿਓ ਕਿਰਾਏ 'ਤੇ, ਜਾਂ ਕੋਈ ਮਦਦ ਕਰ ਦਿਓ। ਆਪਣੇ ਪਿੰਡ ਤੁਸੀਂ ਬਹੁਤ ਕੁਛ ਕਰ ਸਕਦੇ ਆ। ਸੋ ਆਪਣਾ ਜਿਹੜਾ ਤੁਹਾਡਾ ਪੈਸਾ ਤੁਸੀਂ ਦਾਨ ਦੇਣਾ, ਤੁਸੀਂ ਜਿਹੜਾ ਭਈ ਡੋਨੇਟ ਕਰਨਾ, ਸੋਚ ਸਮਝ ਕੇ ਕਰੋ। ਲੁੱਟਮਾਰ ਪੰਥ ਦੇ ਵਿੱਚ ਫੇਰ ਹੋ ਰਹੀ ਘੜੀ ਹਰ ਇੱਕ ਚੀਜ਼ 'ਤੇ। ਕਿੰਨਾ ਚਿਰ ਅਸੀਂ ਇਹ ਸਹਿ ਲਵਾਂਗੇ ਜਦੋਂ ਸਾਨੂੰ ਲੋੜ ਹੁੰਦੀ ਆ। ਹੁਣ ਪੰਜਾਬ, ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ, ਪਹਿਲਾਂ ਬਹੁਤ ਪਾਸੇ ਇੰਡੀਆ ਦੇ ਵਿੱਚ ਵੀ। ਉਹਦਾ ਸਾਡਾ ਅਸੀਂ ਪਲਾਨ ਸੋਚਦੇ ਸੀ ਪਿਛਲੇ ਸਮੇਂ ਤੋਂ ਵੀ ਕਿੱਦਾਂ ਕਰ ਸਕਦੇ ਆ। ਉਹ ਵੀ ਹੁਣ
ਇੱਕ ਲੈਵਲ 'ਤੇ ਵੱਡੇ ਲੈਵਲ 'ਤੇ ਅਸੀਂ ਕਰਾਂਗੇ ਕੰਮ। ਇੱਥੋਂ ਫੰਡ ਕਰਾਂਗੇ UK ਤੋਂ, ਨਾਲ ਹੀ ਉੱਥੇ ਫੰਡ ਕਰੋਗੇ। ਸਾਡੀ ਇੰਡੀਆ ਟੀਮ ਆ, ਉਹਦੇ ਬੰਦੇ ਸਾਡੇ ਨਾਲ ਜੁੜ ਕੇ ਮੋਢਾ ਜੋੜ ਕੇ ਇੱਧਰੋਂ ਅਤੇ ਉੱਧਰੋਂ ਭਾਈ ਅਮਰਪ੍ਰੀਤ ਸਿੰਘ ਅਸੀਂ ਸੋਚਦੇ ਵੀ ਕਿੱਦਾਂ ਕਰ ਸਕਦੇ ਹਾਂ। ਪਰ ਇਹਦੇ ਅਸੀਂ ਇਹ ਨਹੀਂ ਕਹਿੰਦੇ ਸਾਨੂੰ ਪੈਸਾ ਦੇਵੋ, ਪੈਸਾ ਤੁਸੀਂ ਪਹਿਲਾਂ ਦਿੱਤਾ। ਜੇ ਸਾਡਾ ਜ਼ਿਆਦਾ ਵੱਡਾ ਪ੍ਰੋਜੈਕਟ ਹੋ ਗਿਆ, ਬਹੁਤ ਖਰਚਾ ਕਰ ਰਹੇ ਹਾਂ, ਫਿਰ ਕਹਿ ਦੇਵਾਂਗੇ, ਪਰ ਤੁਸੀਂ ਆਪਣੇ ਪਿੰਡ ਚੱਕੋ। ਮੇਰੀ ਇਹ ਬੇਨਤੀ ਆ, ਤੁਸੀਂ ਆਪਣੇ ਪਿੰਡ ਚੱਕੋ। ਪਿੰਡ ਦੇ ਵਿੱਚ ਆ ਕੇ ਤੁਸੀਂ ਜੋ ਕੁਝ ਇਲਾਜ ਕਰਾਉਣਾ ਗਰੀਬਾਂ ਦਾ, ਕਿਸੇ ਫਸਲ ਦੇ ਵੱਢਣ ਦੀ ਮਦਦ ਕਰਨੀ, ਫਸਲ ਬੀਜਣ ਦੀ ਮਦਦ ਕਰਨੀ, ਗਰੀਬ ਕਿਸਾਨਾਂ ਦਾ ਬੱਚਾ ਪੜ੍ਹਾ ਦਿੱਤਾ, ਗਰੀਬ ਕਿਸਾਨਾਂ ਦੀ ਕੁੜੀ ਵਿਆਹ ਦਿੱਤੀ। ਸੋ ਇਹ ਬਹੁਤ ਜ਼ਰੂਰੀ ਆ। ਥੈਂਕ ਯੂ ਤੁਹਾਡਾ ਪਿਆਰ ਦਾ, ਸਤਿਕਾਰ ਦਾ। ਜਿੱਥੇ ਵੀ ਖਾਲਸਾ ਦੁਨੀਆ 'ਚ ਹੈਗੀ, ਤੁਸੀਂ ਪਿਆਰ ਦਿਖਾਉਂਦੇ ਆ। 21 ਸਾਲ ਕਾਫੀ ਧੱਕੇ ਖਾਦੇ, ਉਹ ਆਪਣੇ ਲਈ ਨਹੀਂ ਖਾਦੇ ਅਸੀਂ, ਉਹ ਆਪਣੇ ਲਈ ਨਹੀਂ ਖਾਦੇ, ਉਹ ਖਾਦੇ ਭਈ ਇਨਸਾਨੀਅਤ ਲਈ, ਭਈ ਆਪਣੇ ਭਈ ਜਿਹੜੇ ਭਈ ਸੇਵਾ ਦੇ ਕਦਮ ਚੱਕੇ ਮੋਰੇ ਤੁਹਾਡੇ ਜਿਹੜੇ ਸਾਡੇ ਸੇਵਾਦਾਰ ਆ, ਉਹਨੂੰ ਵੀ ਮਾਣ ਹੋਵੇ ਭਈ ਦੁਨੀਆ 'ਚ ਕੋਈ ਹੈਗੀ ਇੱਕ ਤਰ੍ਹਾਂ ਦੀ ਸੰਸਥਾ ਜਿਹੜੀ ਭਈ ਬਿਲਕੁਲ ਲੋਕਾਂ ਦੇ ਨਾਲ ਖੜੀ ਆ, ਇਨਸਾਨੀਅਤ ਨਾਲ ਖੜੀ ਆ। ਹੁਣ ਸਾਨੂੰ ਕੋਈ ਧੱਕੇ ਖਾਣ ਦੀ ਲੋੜ ਨਹੀਂ। ਸਾਡੇ ਕੋਲ ਬਹੁਤ ਵੱਡੇ ਵੱਡੇ ਲੀਡਰਸ਼ਿਪ ਹੈਗੇ ਆ। ਮੈਂ ਪਹਿਲਾਂ ਵੀ ਕਿਹਾ ਸੀ, ਭਾਈ ਹਰਪ੍ਰੀਤ ਆਸਟ੍ਰੇਲੀਆ, ਭਾਈ ਅਮਰਪ੍ਰੀਤ ਇੰਡੀਆ, ਭਾਈ ਅਮਰ ਸਿੰਘ ਅਤੇ ਅੰਮ੍ਰਿਤਪਾਲ ਕੌਰ USA, ਭਾਈ ਜਤਿੰਦਰ ਸਿੰਘ ਕੈਨੇਡਾ, ਇੱਥੇ UK ਵਿੱਚ ਭਾਈ ਗੁਰਪ੍ਰੀਤ ਸਿੰਘ ਦੀ ਹੋਰ ਟੀਮ, ਉਹ ਵੀ ਸੇਮ ਸੋਚ ਆ। ਇਕੱਠੇ ਕੰਮ ਕਰੀਏ, ਕੋਈ ਲਾਲਚ ਨਹੀਂ ਗਾ, ਨਾ ਕੋਈ ਨੀਤ ਮਾੜੀ ਸਾਡੀ। ਜਦੋਂ ਬੰਦੇ ਦੀ ਨੀਤ ਮਾੜੀ ਹੁੰਦੀ ਆ, ਉਹ ਜਿਹੜਾ ਬੰਦਾ ਉੱਪਰ ਹੁੰਦਾ ਆ, ਉਹ ਵੀ ਬਿਮਾਰੀ ਥੱਲੇ ਤੱਕ ਜਾਂਦੀ ਆ, ਫਿਰ ਜੜ੍ਹਾਂ ਤੱਕ ਜਾਂਦੀ ਆ, ਫਿਰ ਜੜ੍ਹਾਂ ਵੱਢਣੀਆਂ ਪੈਂਦੀਆਂ। ਸੋ ਸਾਡੇ 'ਚ ਇਹੀ ਡਰ ਰਹਿੰਦਾ ਵੀ ਅਸੀਂ ਵੀ ਨਹੀਂ ਪੈਸੇ ਵਿੱਚ ਡੁੱਲ ਜਾਈਏ, ਨਾ ਪਾਵਰ 'ਚ ਡੁੱਲ ਜਾਈਏ। ਸੋ ਤੁਹਾਡਾ ਬਹੁਤ ਧੰਨਵਾਦ। ਸੋਚ ਸਮਝ ਕੇ ਦਾਨ ਦੇਵੋ। ਆਪਣੇ ਪਿੰਡਾਂ ਦਾ ਤੁਸੀਂ ਕੁਛ ਕਰੋ, ਆਪਣੇ ਪਿੰਡ 'ਚ ਇਨਵੈਸਟਮੈਂਟ ਕਰੋ। ਖਾਲਸਾ ਏਡ ਨੂੰ ਜਾਂ ਕੋਈ ਹੋਰ ਜਥੇਬੰਦੀਆਂ ਨੂੰ ਪੰਜਾਬ ਵਿੱਚ ਮਾਇਆ ਦੇਣ ਦੀ ਲੋੜ ਨਹੀਂ ਇਸ ਵੇਲੇ, ਪਰ ਤੁਹਾਨੂੰ ਬਹੁਤ ਲੋੜ ਆ ਕਿ ਆਪਣੇ ਪਿੰਡ ਤੁਸੀਂ ਚੱਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਕਰ ਤੁਸੀਂ ਦਰ ਦੀਆਂ ਠੋਕਰਾਂ ਖਾ ਕੇ ਪਰੇਸ਼ਾਨ ਹੋ ਚੁੱਕੇ ਹੋ ਤਾਂ ਇੱਧਰ ਉੱਧਰ ਨਾ ਘੁੰਮੋ, ਕਿਉਂਕਿ ਮਹਾਕਾਲੀ ਜੋਤਿਸ਼ ਕੇਂਦਰ ਕਰੇਗਾ ਤੁਹਾਡੀ ਹਰ ਸਮੱਸਿਆ ਦਾ ਹੱਲ। ਜੇਕਰ ਤੁਹਾਡਾ ਪਤੀ ਪ੍ਰੇਮੀ ਜਾਂ ਬੇਟਾ ਕਿਸੇ ਦੇ ਵਸ ਵਿੱਚ ਹੈ ਤਾਂ ਘਬਰਾਓ ਨਾ। ਮਹਾਕਾਲੀ ਜੋਤਿਸ਼ ਕੇਂਦਰ ਕੋਲ ਆਓ ਅਤੇ ਆਪਣੀ ਹਰ ਸਮੱਸਿਆ ਤੋਂ ਛੁਟਕਾਰਾ ਪਾਓ। ਵਸ਼ੀਕਰਨ ਸਪੈਸ਼ਲਿਸਟ, ਲਵ ਮੈਰਿਜ ਕੋਰਟ ਕਚਹਿਰੀ ਵਿੱਚ ਜਿੱਤ, ਵਿਦੇਸ਼ ਯਾਤਰਾ, ਕਰਜ਼ੇ ਤੋਂ ਛੁਟਕਾਰਾ, ਪਤੀ ਪਤਨੀ ਵਿੱਚ ਅਣਬਣ, ਕਾਰੋਬਾਰ ਵਿੱਚ ਘਾਟਾ, ਲਾਟਰੀ ਨੰਬਰ, ਬਿਮਾਰੀ ਵਿੱਚ ਦਵਾ ਨਾ ਲੱਗਣਾ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਮਨਾਉਣਾ ਆਦਿ ਹਰ ਸਮੱਸਿਆ ਦਾ ਹੱਲ 100% ਗਰੰਟੀ ਨਾਲ। ਤੁਸੀਂ ਰੋਂਦੇ ਹੋਏ ਆਓਗੇ ਅਤੇ ਹੱਸਦੇ ਹੋਏ ਜਾਓਗੇ। ਇੱਕ ਫੋਨ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ। ਤਾਂ ਫਿਰ ਸੋਚਣਾ ਛੱਡੋ, ਅੱਜ ਹੀ ਆਓ। ਮਹਾਕਾਲੀ ਜੋਤਿਸ਼ ਕੇਂਦਰ, ਮੋਬਾਈਲ ਨੰਬਰ 7007948877।